ਹੈਲੋ एवरीवन। ਆਪਾਂ ਆਕਸੀਜਨ ਫੈਮਿਲੀ ਸਟਾਰਟ ਕੀਤੀ ਹੋਈ ਹੈ। ਪਿਛਲੇ 2-3 ਲੈਕਚਰਾਂ ਦੇ ਵਿੱਚ ਆਪਾਂ ਆਕਸੀਜਨ ਫੈਮਿਲੀ ਨੂੰ ਸਟੱਡੀ ਕੀਤਾ ਹੈ। ਆਕਸੀਜਨ ਫੈਮਿਲੀ ਦੇ ਐਲੀਮੈਂਟਸ ਨੇ ਆਕਸੀਜਨ, ਸਲਫਰ, ਸਲੇਨੀਅਮ, ਟਲੂਰੀਅਮ ਤੇ ਪੋਲੋਨੀਅਮ। ਆਕਸੀਜਨ ਫੈਮਿਲੀ ਦੀਆਂ ਕਾਫੀ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਆਪਾਂ ਨੇ ਸਟੱਡੀ ਕਰ ਲਈਆਂ। ਉਹਦੀ ਅਗਲੀ ਕੈਮੀਕਲ ਪ੍ਰੋਪਰਟੀ ਹੈਗੀ ਹੈ ਹਲਾਈਡਸ ਆਫ ਆਕਸੀਜਨ ਫੈਮਿਲੀ, ਯਾਨੀ ਕਿ ਆਕਸੀਜਨ ਫੈਮਿਲੀ ਦੇ ਜਿਹੜੇ ਐਲੀਮੈਂਟਸ ਨੇ ਉਹ ਹਲਾਈਡਸ ਨਾਲ, ਹਲਾਈਡਸ ਮੀਨਸ ਹੈਲੋਜਨ ਫੈਮਿਲੀ ਦੇ ਨਾਲ ਰਿਐਕਟ ਕਰਦੇ ਨੇ ਤੇ ਹਲਾਈਡਸ ਤਿਆਰ ਕਰਦੇ ਨੇ। ਓਕੇ, ਇਹਦੇ ਵਿੱਚੋਂ ਸਲਫਰ ਜ਼ਿਆਦਾ ਰਿਐਕਟਿਵ ਹੈ ਹੈਲੋਜਨਸ ਦੇ ਲਈ। ਸਲਫਰ ਦੇ ਜਿਹੜੇ ਹਲਾਈਡਸ ਨੇ ਉਹ ਜ਼ਿਆਦਾ ਐਗਜ਼ਿਸਟ ਕਰਦੇ ਨੇ, ਤਾਂ ਆਪਾਂ ਇਹੀ ਸਲਫਰ ਦੇ ਜਿਹੜੇ ਹਲਾਈਡਸ ਮੈਂ ਇੱਥੇ ਲਿਖੇ ਨੇ ਉਹਨਾਂ ਨੂੰ ਸਟੱਡੀ ਕਰਦੇ ਹਾਂ। ਬੇਸਿਕਲੀ ਇਹਨਾਂ ਦੀਆਂ ਸਟਰਕਚਰਸ ਜ਼ਿਆਦਾ ਇੰਪੋਰਟੈਂਟ ਨੇ, ਤਾਂ ਆਪਾਂ ਉਹੀ ਸਟੱਡੀ ਕਰਾਂਗੇ। ਕੋਈ ਪ੍ਰੈਪਰੇਸ਼ਨ ਵਗੈਰਾ ਕੁਛ ਨਹੀਂ ਕਰਨੀ ਇਹਨਾਂ ਦਾ। ਤੁਹਾਡੇ ਸਿਲੇਬਸ ਦੇ ਵਿੱਚ ਸਿੰਪਲੀ ਸਟਰਕਚਰਸ ਨੇ, ਤਾਂ ਸਿੰਪਲੀ ਸਟਰਕਚਰਸ ਹੀ ਪੜ੍ਹਨੇ ਨੇ। ਤਾਂ S2Cl2, ਜੇ ਆਪਾਂ ਪਹਿਲਾਂ ਸਟਰਕਚਰ ਗੱਲ ਕਰੀਏ S2Cl2, S2Cl2 ਇਹਨੂੰ ਬੋਲਿਆ ਜਾਂਦਾ ਸਲਫਰ ਮੋਨੋਕਲੋਰਾਈਡ। ਓਕੇ, ਸਲਫਰ ਮੋਨੋਕਲੋਰਾਈਡ। ਇਹਦਾ ਸਟਰਕਚਰ ਸਿਮਿਲਰ ਹੈ ਐਜ਼ ਦੈਟ ਆਫ H2O2। ਜਿੱਦਾਂ H2O2 ਦਾ ਸਟਰਕਚਰ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀ, ਇੱਦਾਂ ਕਰਕੇ H2O2 ਦਾ ਸਟਰਕਚਰ ਹੁੰਦਾ ਹੈ। ਸੇਮ ਵੇ ਦੇ ਨਾਲ S2Cl2 ਦਾ ਸਟਰਕਚਰ ਹੋਏਗਾ। ਜਸਟ ਕੀ ਕਰਨਾ, ਤੁਸੀਂ ਆਕਸੀਜਨ ਨੂੰ ਸਲਫਰ ਨਾਲ ਰਿਪਲੇਸ ਕਰ ਦੇਣਾ, ਠੀਕ ਹੈ, ਹਾਈਡਰੋਜਨ ਨੂੰ ਰਿਪਲੇਸ ਕਰ ਦੇਣਾ ਕਲੋਰੀਨ ਦੇ ਨਾਲ, ਤਾਂ ਇਹ ਬਣ ਗਿਆ S2Cl2 ਦਾ ਸਟਰਕਚਰ। ਓਕੇ, ਇੱਦਾਂ S2Cl2 ਜਿਹੜੀ ਹੈਗੀ ਆ ਐਗਜ਼ਿਸਟ ਕਰਦੀ ਹੈ। ਨੈਕਸਟ ਹੈਗਾ SCl2। SCl2 ਬਣਾਉਣ ਦੇ ਲਈ ਆਪਾਂ ਇਹਦੀ ਹਾਈਬ੍ਰਿਡਾਈਜੇਸ਼ਨ ਕਰਦੇ ਚੰਗੀ ਤਰ੍ਹਾਂ। ਤੁਸੀਂ ਲੂਇਸ ਸਟਰਕਚਰਸ ਦੇ ਬੇਸਿਸ 'ਤੇ ਵੀ ਇਹਦਾ ਸਟਰਕਚਰ ਕਰ ਸਕਦੇ ਹੋ, ਜਾਂ ਤੁਸੀਂ ਹਾਈਬ੍ਰਿਡਾਈਜੇਸ਼ਨ ਵੀ ਕਰ ਸਕਦੇ ਹੋ। ਲੂਇਸ ਵਾਲਾ ਅਗਰ ਕਰਨਾ ਚਾਹੁੰਦੇ ਹੋ ਤੁਸੀਂ, ਲੂਇਸ ਕਨਸੈਪਟ ਵਾਲਾ, ਤਾਂ ਸਲਫਰ ਦੇ ਉੱਪਰ ਵੇਲੈਂਸ ਇਲੈਕਟ੍ਰੌਨ ਕਿੰਨੇ ਨੇ? 6 ਨੇ, ਠੀਕ ਹੈ ਜੀ। ਸਲਫਰ ਦੇ ਉੱਪਰ ਵੇਲੈਂਸ ਇਲੈਕਟ੍ਰੌਨ 6 ਨੇ। ਓਕੇ, ਫਲੋਰੀਨ ਦੇ ਉੱਪਰ ਕਿੰਨੇ ਨੇ? 7 ਇਲੈਕਟ੍ਰੌਨਸ। ਫਲੋਰੀਨ ਦੇ ਉੱਪਰ, ਇੱਕ ਫਲੋਰੀਨ ਦੇ ਉੱਪਰ ਕਿੰਨੇ ਇਲੈਕਟ੍ਰੌਨਸ ਨੇ? ਦੇ ਆਰ ਸੌਰੀ, ਫਲੋਰੀਨ ਦੇ ਉੱਪਰ ਕਿੰਨੇ ਇਲੈਕਟ੍ਰੌਨਸ ਨੇ? 7 ਇਲੈਕਟ੍ਰੌਨਸ। ਸੇਮ ਹੀ ਸੈਕਿੰਡ ਫਲੋਰੀਨ ਦੇ ਉੱਪਰ ਕਿੰਨੇ ਇਲੈਕਟ੍ਰੌਨ ਨੇ? 7 ਇਲੈਕਟ੍ਰੌਨਸ। ਫਲੋਰੀਨ ਨੇ ਇੱਕ ਇਲੈਕਟ੍ਰੌਨ ਇਹਦੇ ਨਾਲ ਸ਼ੇਅਰ ਕੀਤਾ, ਸੈਕਿੰਡ ਫਲੋਰੀਨ ਨੇ ਵੀ ਇੱਕ ਇਲੈਕਟ੍ਰੌਨ ਇਹਦੇ ਨਾਲ ਸ਼ੇਅਰ ਕੀਤਾ। ਸੋ ਇੱਥੇ 1 2 3 4 ਜਿਹੜੇ ਇਲੈਕਟ੍ਰੌਨ ਪੇਅਰਸ ਨੇ ਉਹ ਕਿੰਨੇ ਹੋ ਗਏ? 4 ਹੋ ਗਏ। ਇਲੈਕਟ੍ਰੌਨ ਪੇਅਰ 4 ਹੋਣ ਤਾਂ ਟੈਟਰਾਹਾਈਡਰਲ ਜਿਓਮੈਟਰੀ ਬਣਦੀ ਹੈ, ਬਟ ਇੱਥੇ 2 ਲੋਨ ਪੇਅਰ ਨੇ ਤਾਂ ਟੈਟਰਾਹਾਈਡਰਲ ਚੇਂਜ ਹੋ ਕੇ ਵੀ ਸ਼ੇਪਡ ਜਾਂ ਐਂਗੂਲਰ ਦੇ ਵਿੱਚ ਚੇਂਜ ਹੋ ਜਾਣੀ ਆ। ਇੱਥੇ 2 ਲੋਨ ਪੇਅਰ ਆ ਜਾਣੇ ਨੇ ਇੱਦਾਂ ਕਰਕੇ, ਅਤੇ 2 ਇੱਥੇ ਨਾਲ ਤੁਸੀਂ ਕਲੋਰੀਨ ਐਟਮਸ ਅਟੈਚ ਕਰ ਦੇਣੇ ਨੇ। ਓਕੇ, ਠੀਕ ਹੈ ਜੀ। ਤਾਂ ਇੱਦਾਂ ਕਰਕੇ ਇਹਦੀ ਸਟਰਕਚਰ ਜਿਹੜੀ ਹੈਗੀ ਆ ਉਹ ਬਣ ਜਾਣੀ ਆ। ਇਹਨੂੰ ਐਂਗੂਲਰ ਬੋਲਿਆ ਜਾਂਦਾ। ਸੋ ਐਂਗੂਲਰ ਸਟਰਕਚਰ ਇਹਦੀ ਐਗਜ਼ਿਸਟ ਕਰਦੀ ਹੈ। ਐਂਗੂਲਰ ਜਿਹੜਾ ਇਹਦਾ ਬੌਂਡ ਐਂਗਲ ਹੈ, ਬੌਂਡ ਐਂਗਲ ਜਿਵੇਂ ਵਾਟਰ ਦੇ ਵਿੱਚ ਬੌਂਡ ਐਂਗਲ ਹੁੰਦਾ, ਸੇਮ ਵੇ ਦੇ ਨਾਲ ਇੱਥੇ ਜਿਹੜਾ ਬੌਂਡ ਐਂਗਲ ਹੈ ਉਹ 103 ਡਿਗਰੀ ਦਾ ਰਹਿ ਜਾਂਦਾ। ਓਕੇ, 103 ਡਿਗਰੀ, ਕਿਉਂਕਿ ਲੋਨ ਪੇਅਰ ਰਿਪਲਸ਼ਨਸ ਹੋ ਜਾਂਦੀਆਂ ਨੇ। ਇਹ ਲੋਨ ਪੇਅਰ ਇੱਕ ਦੂਸਰੇ ਨੂੰ ਰਿਪੈਲ ਕਰਨਗੇ, ਇਹ ਲੋਨ ਪੇਅਰ ਅੱਗੇ ਬੌਂਡ ਪੇਅਰ ਨੂੰ ਨੀਚੇ ਵੱਲ ਨੂੰ ਰਿਪੈਲ ਕਰਨਗੇ। ਤਾਂ ਬੌਂਡ ਐਂਗਲ ਵੈਸੇ ਤਾਂ ਟੈਟਰਾਹਾਈਡਰਲ ਸਟਰਕਚਰ ਵੇਲੇ ਹੋਣਾ ਚਾਹੀਦਾ 109, ਬਟ ਇੱਥੇ 103 ਰਹਿ ਜਾਂਦਾ। ਓਕੇ, ਤਾਂ 103 ਦਾ ਇੱਥੇ ਬੌਂਡ ਐਂਗਲ ਆ ਗਿਆ, ਅਤੇ ਹੋ ਗਿਆ SCl2। ਇਹਨੂੰ ਹਾਈਬ੍ਰਿਡਾਈਜੇਸ਼ਨ ਦੇ ਬੇਸਿਸ 'ਤੇ ਵੀ ਕਰ ਸਕਦੇ ਹੋ, ਸੇਮ ਸਟਰਕਚਰ ਉਹਦੇ ਬੇਸਿਸ 'ਤੇ ਬਣੇਗਾ। ਅਗਲਾ ਹੈਗਾ SF4। SF4 ਸੇਮ ਵੇ ਦੇ ਨਾਲ ਸਲਫਰ ਦੇ ਉੱਪਰ ਜਿਹੜੇ ਵੇਲੈਂਸ ਇਲੈਕਟ੍ਰੌਨ ਇਹਦੇ ਲਿਖ ਦਿਓ, 6 ਵੇਲੈਂਸ ਇਲੈਕਟ੍ਰੌਨ ਨੇ। ਅੱਗੇ ਫਲੋਰੀਨ ਦੇ ਉੱਪਰ ਕਿੰਨੇ ਇਲੈਕਟ੍ਰੌਨ ਨੇ? 7 ਇਲੈਕਟ੍ਰੌਨਸ ਨੇ। ਫਲੋਰੀਨਸ ਹੈ ਕਿੰਨੀਆਂ ਨੇ ਟੋਟਲ? 4 ਨੇ। ਓਕੇ, 3 ਹੋ ਗਈਆਂ, ਇੱਕ ਹੋਰ ਲਿਖ ਦਿੰਦੇ। ਓਕੇ, ਇਸ ਫਲੋਰੀਨ ਨੇ ਆਕਟੇਟ ਪੂਰਾ ਕੀਤਾ, ਇਸ ਫਲੋਰੀਨ ਨੇ ਵੀ ਆਕਟੇਟ ਪੂਰਾ ਕਰ ਲਿਆ, ਇਸ ਫਲੋਰੀਨ ਨੇ ਵੀ, ਇਸ ਫਲੋਰੀਨ ਨੇ ਵੀ। ਨਾ ਟੋਟਲ ਬੌਂਡ ਪੇਅਰਸ ਕਿੰਨੇ ਹੋ ਗਏ ਇੱਥੇ? 1 2 3 4 4 ਬੌਂਡ ਪੇਅਰਸ ਨੇ, ਇੱਕ ਲੋਨ ਪੇਅਰ ਹੈ। ਮੀਨਸ ਟੋਟਲ ਨੰਬਰ ਆਫ ਜਿਹੜੇ ਇਲੈਕਟ੍ਰੌਨ ਪੇਅਰਸ ਨੇ ਉਹ ਕਿੰਨੇ ਹੋ ਗਏ? 5 ਹੋ ਗਏ। ਟੋਟਲ ਨੰਬਰ ਆਫ ਇਲੈਕਟ੍ਰੌਨ ਪੇਅਰਸ ਕਿੰਨੇ ਹੋ ਗਏ? 5। ਅਗਰ 5 ਹੋ ਜਾਣ ਤਾਂ ਟ੍ਰਾਇਗਨਲ ਬਾਈ ਪਿਰਾਮਿਡਲ ਸ਼ੇਪ ਬਣਦੀ ਹੈ, ਜਿਹਦੇ ਵਿੱਚ ਸਲਫਰ ਇੱਥੇ ਆ, ਇੱਥੇ ਇੱਕ ਫਲੋਰੀਨ ਲੱਗ ਗਿਆ, ਇੱਕ ਇੱਥੇ ਨੀਚੇ ਫਲੋਰੀਨ ਲੱਗ ਗਿਆ, ਇੱਥੇ ਇੱਕ ਲੋਨ ਪੇਅਰ ਰਹਿ ਜਾਏਗਾ। ਟ੍ਰਾਇੰਗਲ ਪੂਰੀ ਹੋ ਗਈ, ਇੱਕ ਫਲੋਰੀਨ ਉੱਪਰ, ਇੱਕ ਫਲੋਰੀਨ ਇੱਥੇ ਨੀਚੇ ਲੱਗ ਜਾਏਗਾ। ਓਕੇ, ਤਾਂ ਇਹਦੀ ਸ਼ੇਪ ਬਣ ਜਾਂਦੀ ਹੈ ਜਿਹਦਾ ਨਾਮ ਹੈ ਸੀਸੌ ਸ਼ੇਪ ਬਣ ਜਾਂਦੀ ਹੈ ਇਹਦੀ। ਓਕੇ, ਤਾਂ ਇਹਦੀ ਜਿਹੜੀ ਹੈਗੀ ਹਾਈਬ੍ਰਿਡਾਈਜੇਸ਼ਨ ਤੁਸੀਂ ਉਹ ਵੀ ਕਰ ਸਕਦੇ ਹੋ, ਅਦਰਵਾਈਜ਼ ਲੂਇਸ ਸਟਰਕਚਰ ਦੇ ਬੇਸਿਸ 'ਤੇ ਕਰਨਾ ਉਹ ਵੀ ਕਰ ਸਕਦੇ ਹੋ। ਤੁਹਾਨੂੰ +1 ਦੇ ਵਿੱਚ ਕਰਾਇਆ ਸੀ, ਅਗਰ ਟ੍ਰਾਇਗਨਲ ਬਾਈ ਪਿਰਾਮਿਡਲ ਜਿਓਮੈਟਰੀ ਬਣਦੀ ਹੈ ਅਤੇ ਇੱਕ ਲੋਨ ਪੇਅਰ ਵੀ ਆਉਂਦਾ ਨਾਲ, ਤਾਂ ਉਹ ਲੋਨ ਪੇਅਰ ਪਲੇਨ ਦੇ ਉੱਪਰ ਹੀ ਲਗਾਉਣਾ, ਜਾਂ ਇੱਥੇ ਲਗਾ ਸਕਦੇ ਹੋ, ਜਾਂ ਇੱਥੇ, ਉੱਪਰ ਨੀਚੇ ਨਹੀਂ ਲੱਗੇਗਾ। ਠੀਕ ਹੈ, ਪਲੇਨ ਦੇ ਉੱਪਰ ਹੀ ਲੱਗੇਗਾ। ਤਾਂ ਇਹਦੀ ਸੀਸੌ ਜਿਹੜੀ ਹੈਗੀ ਹੈ ਸ਼ੇਪ ਤਿਆਰ ਹੋ ਗਈ ਹੈ। ਜਿਹੜਾ ਅਗਲਾ ਹੈਗਾ ਉਹ ਹੈਗਾ S2F6।
S2F6 देखो सिंपली SF5 तो एग्जिस्ट नहीं करता हैगा, ठीक है, बट SF5 दियाँ दो यूनिट्स आपस में जुड़ के की बना देंदियां ने S2F10। तो वह जिहड़ा स्ट्रक्चर है सेम जिहड़ा हैगा बनता है जिमें S1 है, दूसरा S अटैच हो गया, ये 5 फ्लोरीनस अटैच कर दो, दूसरे नाल भी 5 फ्लोरीनस अटैच कर दो। इत्थे जिहड़ा हैगा सल्फर एक सल्फर जिहड़ा हैगा 6 बॉन्डिंग्स बना रहा, इट मीनस ये सल्फर की ऑक्टाहेड्रल जोमैट्री है, ये सल्फर की भी ऑक्टाहेड्रल जोमैट्री है। तो दोनों सल्फर की इत्थे ऑक्टाहेड्रल जोमैट्री बनूगी। इत्थे मैं तां नहीं बना के दिखाई क्योंकि मैं अगले दे विच SF6 दे विच बनानी ही बनानी है, सो तां करके मैं उहदे विच इहनूं कवर कर लाँगा। तो नैक्सट है SF6 सल्फर के उपर 1 2 3 4 5 एंड 6 वैलेंस इलैक्ट्रॉन ने, 6 ये फ्लोरीन लगे हुए हैं, हरेक फ्लोरीन को एक सॉरी 7 इलैक्ट्रॉन्स ने। लास्ट शैल दे विच एक इलैक्ट्रॉन इनू चाहिए स्टेबल होने के लिए, एक इत्थे फ्लोरीन लग गया, एक इत्थे लग गया, इदां करके एक इत्थे एक इत्थे एक इत्थे एक इत्थे। टोटल नंबर ऑफ इलैक्ट्रॉन पेयर्स कितने हो गए 1 2 3 4 5 एंड 6। टोटल नंबर ऑफ इलैक्ट्रॉन पेयर्स कितने हो गए 6 हो गए। 6 होने तो ऑक्टाहेड्रल जोमैट्री बनती है। सो सल्फर इत्थे आ गया, इत्थे फ्लोरीन आ गया, इत्थे फ्लोरीन आ गया, इत्थे फ्लोरीन, इत्थे फ्लोरीन, एक फ्लोरीन उपर लग जाया करेगा, एक फ्लोरीन नीचे लग जाया करेगा। तो इदां करके दी ऑक्टाहेड्रल जोमैट्री बनती है। मैं दोबारा बना देना इत्थे सल्फर फ्लोरीन फ्लोरीन फ्लोरीन, इत्थे भी फ्लोरीन, उपर भी फ्लोरीन ते नीचे भी फ्लोरीन। ओके, तो ये बन गई ऑक्टाहेड्रल दी जोमैट्री। बॉन्ड एंगल 90 डिग्री ते 120 डिग्री के होणगे ये। सो ये जिहड़े हैगे सीगे हाईलाइट सीगे ऑक्सीजन फैमिली दे। अगे आपां डिस्कस करना है ऑक्सीजन नूं। ऑक्सीजन फैमिली के कुछ इंपॉर्टेंट कंपाउंड्स ने, उन्होंने आपां स्टडी करना है। ऑक्सीजन फैमिली दी फिजिकल ते कैमिकल प्रॉपर्टीज़ आपां ने डिस्कस कर ली। ऑक्सीजन का इंपॉर्टेंट कंपाउंड है विच इज़ डाई ऑक्सीजन O2। O2 नूं डाई ऑक्सीजन बोलिया जाता है बिकॉज ये डायटोमिक फॉर्म के एग्जिस्ट करती है। जी ऑक्सीजन है वो पैरामैगनैटिक नेचर की है, डायमैगनैटिक नहीं है। भावें ये इलैक्ट्रॉन सारे पेयर्ड ने, पर फिर भी पेयर्ड होने के बावजूद आप MOT की थ्योरी के बेसिस से जोड़ा है प्रूव करता सी कि इहदा डायमैगनैटिक नेचर नहीं है, पैरामैगनैटिक नेचर है। ऑक्सीजन को प्रिपेयर किया जाता है, प्रैपरेशन है जी वो की जाती है जोड़े ऑक्सीजन रिच कंपाउंड्स ने जिन्हों ऑक्सीजन ज़्यादा अमाउंट है, जिमें KMnO4 हो गया, ਜਾਂ पोटाशियम क्लोरेट हो गया, ਜਾਂ पोटाशियम नाइट्रेट हो गया, इन्हों तो यह प्रिपेयर किया जाता है। जिमें KMnO4 ये तो प्रिपेयर किया जा सकता है, ਜਾਂ KClO3 क्लोरेट तो प्रिपेयर किया जा सकता है, ਜਾਂ नाइट्रेट तो पोटाशियम नाइट्रेट तो प्रिपेयर किया जा सकता है। करना की है, इन्होंने तिनों हीट अप करना है। जो इन्होंने तिनों हीट करांगे तो मेनली ऑक्सीजन इत्थे प्रिपेयर हो जानी है, बाकी जोड़े एडिशनल प्रोडक्ट्स ने वो बन जाने ने। ओके, तो ऑक्सीजन इदां आपां ये तो प्रिपेयर कर सकते हैं। होर किहड़े मैथड्स ने ऑक्सीजन को प्रिपेयर करन दे? तुहाडे कोले डाईऑक्साइड्स ने, ठीक है, परऑक्साइड्स ने ਜਾਂ हायर ऑक्साइड्स ने, किसी भी एलीमेंट के परऑक्साइड्स, डाईऑक्साइड्स ਜਾਂ हायर ऑक्साइड्स ने जो उन्होंने हीट किया जाता तां भी वो अपने कोले ऑक्सीजन प्रोवाइड करते हैं। जिवें अपने कोले मरक्यूरिक ऑक्साइड है, जो इनू हीट करते हैं मरकरी प्लस ऑक्सीजन बनती है। ये भी किसी ऑक्साइड से सिंपली इस तरह परऑक्साइड है हाइड्रोजन परऑक्साइड, जो इनू हीट करांगे वाटर तो ऑक्सीजन बन जू। इस तो इलावा जोड़े हायर ऑक्साइड्स ने वो भी आपू ऑक्सीजन देंगे ने जो उन्होंने हीट किया जाता। ओके, तो ये एक प्रैपरेशन होगी। इस तो बाद अगर तुसीं इनू लैब दे विच प्रिपेयर करना चाहुंदे हो ऑक्सीजन नूं ਜਾਂ डाई ऑक्सीजन नूं, लैब दे विच किद्दां इनू प्रिपेयर किया जाता है? लैब दे विच प्रिपेयर करन दे लई तुसीं पोटाशियम क्लोरेट ClO3 ये यूज़ करोगे। इनू 430 कैलविन तक हीट करोगे, तुहाडे कोले बन जाएगा KCl प्लस ऑक्सीजन। तो लैबोरेटरी प्रैपरेशन यदि ये है, लैब दे विच अगर प्रिपेयर करना चाहते हो तो थर्मली डीकंपोज करना पेगा तुहानूं पोटाशियम क्लोरेट नूं, ठीक है। इहदा नाम है पोटाशियम क्लोरेट। एक हुंदा पोटाशियम, एक ये वाला हुंदा क्लोरेट हो गया। इस तरह ही ओके, ठीक है, एक क्लोराइड हो गया, एक क्लोरेट हो गया, पोटाशियम क्लोरेट, एक पोटाशियम क्लोराइड हो गया। ओके सॉरी, पोटाशियम क्लोरेट एंड पोटाशियम क्लोराइड। पोटाशियम क्लोरेट नूं तुसीं हीट करना है 430 कैलविन तक, तो तुहाडे कोले KCl एंड ऑक्सीजन प्रिपेयर हो जानी है। तो लैब दे विच तुसीं इदां प्रिपेयर कर सकते हो ऑक्सीजन नूं।
अगर प्योर फॉर्म ਦੇ ਵਿੱਚ ਆਕਸੀਜਨ ਚਾਹੀਦੀ ਹੈ ਤਾਂ ਬੇਰੀਅਮ ਹਾਈਡਰੋਕਸਾਈਡ ਨੂੰ ਹੀਟ ਕਰੋ। ਬੇਰੀਅਮ ਹਾਈਡਰੋਕਸਾਈਡ ਨੂੰ ਜਦੋਂ ਤੁਸੀਂ ਹੀਟ ਕਰ ਦੋਗੇ, ਸੌਰੀ ਨਾਟ ਹੀਟ, अगर ਤੁਹਾਨੂੰ प्योर फॉर्म ਦੇ ਵਿੱਚ ਆਕਸੀਜਨ ਚਾਹੀਦੀ ਹੈ ਤਾਂ ਤੁਸੀਂ ਕੀ ਕਰਨਾ, ਬੇਰੀਅਮ ਹਾਈਡਰੋਕਸਾਈਡ ਦਾ ਇਲੈਕਟ੍ਰੋਲਿਸਿਸ ਕਰਨਾ ਹੈ, ਜਿੱਥੋਂ ਤੁਹਾਨੂੰ ਆਕਸੀਜਨ ਜਿਹੜੀ ਹੈਗੀ ਹੈ ਐਕਸਟਰਾ प्योर फॉर्म ਦੇ ਵਿੱਚ ਮਿਲ ਜਾਣੀ ਹੈ। ਅੱਗੇ ਹੈਗਾ ਇੰਡਸਟਰੀਅਲ ਪ੍ਰੈਪਰੇਸ਼ਨ। अगर ਤੁਸੀਂ ਵੱਡੇ ਸਕੇਲ 'ਤੇ ਆਕਸੀਜਨ ਨੂੰ ਪ੍ਰਪੇਅਰ ਕਰਨਾ ਚਾਹੁੰਦੇ ਹੋ ਤਾਂ ਕਿੱਦਾਂ ਪ੍ਰਪੇਅਰ ਕਰੋਗੇ? ਉਹਦੇ ਲਈ ਪਹਿਲਾ ਪ੍ਰੋਸੈਸ ਹੈਗਾ ਆਈਸੋਲੇਸ਼ਨ ਫਰੋਮ ਏਅਰ। ਆਈਸੋਲੇਸ਼ਨ ਫਰੋਮ ਏਅਰ ਨੂੰ ਆਈਸੋਲੇਟ ਕਰ ਸਕਦੇ ਹੋ। ਜਿਵੇਂ ਏਅਰ ਲੈਤੀ, ठीक है, ਇਹਦਾ ਟੈਂਪਰੇਚਰ ਘਟਾ ਕੇ ਇਹਦਾ ਪ੍ਰੈਸ਼ਰ ਵਧਾ ਕੇ ਇਹਨੂੰ ਲਿਕੁਇਡ ਫਾਰਮ 'ਚ ਕਨਵਰਟ ਕਰ ਲਿਆ। ਹੁਣ ਉਹੀ ਏਅਰ ਦੇ ਵਿੱਚ ਮੇਨਲੀ 78% ਤਾਂ ਨਾਈਟ੍ਰੋਜਨ ਹੈ, 21% ਕੀ ਹੈ, ਆਕਸੀਜਨ ਹੈ, ਬਾਕੀ ਦੀਆਂ ਗੈਸਿਸ ਰਹਿ ਗਈਆਂ, ਜਾਂ ਜਿਵੇਂ ਕਾਰਬਨ ਡਾਈਆਕਸਾਈਡ ਵਗੈਰਾ ਇਹ ਰਹਿ ਗਈਆਂ। ਠੀਕ ਹੈ, ਮਤਲਬ ਮੇਨਲੀ ਆਪਾਂ ਕਹਿ ਸਕਦੇ ਹਾਂ ਨਾਈਟ੍ਰੋਜਨ ਅਤੇ ਆਕਸੀਜਨ ਹੈ ਏਅਰ ਦੇ ਵਿੱਚ, ਇਹਨੂੰ ਆਪਾਂ ਕੰਡੈਂਸ ਕਰ ਲਿਆ, ਠੰਡਾ ਕਰ ਲਿਆ, ਲਿਕੁਇਡ ਦੇ ਵਿੱਚ ਕਨਵਰਟ ਕਰ ਲਿਆ। ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਹੀਟ ਕਰਾਂਗੇ। ਇਹਦਾ ਬੋਇਲਿੰਗ ਟੈਂਪਰੇਚਰ ਘੱਟ ਹੋਣ ਦੇ ਕਰਕੇ ਪਹਿਲਾਂ ਇਵੈਪੋਰੇਟ ਹੋ ਜਾਏਗੀ ਰਿਐਕਸ਼ਨ ਮਿਕਸਚਰ ਦੇ ਵਿੱਚੋਂ, ਰਹਿ ਕੀ ਜਾਏਗੀ, ਇਕੱਲੀ ਇਹ ਰਹਿ ਜਾਏਗੀ। ਸੋ ਆਪਾਂ ਏਅਰ ਨੂੰ ਠੰਡਾ ਕਰ ਲਿਆ, ਲਿਕੁਇਡ ਬਣਾ ਲਿਆ, ਫਿਰ ਉਹਨੂੰ ਹੀਟ ਕਰਕੇ ਨਾਈਟ੍ਰੋਜਨ ਗੈਸ ਵਿੱਚੋਂ ਕੱਢਤੀ, ਰਹਿ ਕੇ ਗਈ ਆਕਸੀਜਨ। ਤਾਂ ਇੱਦਾਂ ਆਪਾਂ ਆਕਸੀਜਨ ਨੂੰ ਵੱਡੇ ਸਕੇਲ 'ਤੇ ਪ੍ਰਪੇਅਰ ਕਰ ਸਕਦੇ ਹਾਂ। ਇੱਕ ਹੋਰ ਵੀ ਪ੍ਰੋਸੈਸ ਹੈਗਾ ਜਿਹਦੇ ਨਾਲ ਆਕਸੀਜਨ ਨੂੰ ਵੱਡੇ ਸਕੇਲ 'ਤੇ ਪ੍ਰਪੇਅਰ ਕੀਤਾ ਜਾ ਸਕਦਾ ਹੈ, ਵਿਚ ਇਜ਼ ਇਲੈਕਟ੍ਰੋਲਿਸਿਸ ਆਫ ਵਾਟਰ। ਠੀਕ ਹੈ, ਇਲੈਕਟ੍ਰੋਲਿਸਿਸ ਆਫ ਵਾਟਰ ਲਓ, ਇਹਦਾ ਇਲੈਕਟ੍ਰੋਲਿਸਿਸ ਕਰੋ, ਹਾਈਡਰੋਜਨ ਅਤੇ ਆਕਸੀਜਨ ਬਣ ਜਾਣੀ ਹੈ ਤੁਹਾਡੇ ਕੋਲ। ਤਾਂ ਇੱਦਾਂ ਵੀ ਤੁਸੀਂ ਜਿਹੜਾ ਆਕਸੀਜਨ ਗੈਸ ਆ ਉਹ ਪ੍ਰਪੇਅਰ ਕਰ ਸਕਦੇ ਹੋ। ਹਾਈਡਰੋਜਨ ਅਤੇ ਆਕਸੀਜਨ ਪ੍ਰਪੇਅਰ ਹੋ ਜਾਂਦੀ ਹੈ, ਹਾਈਡਰੋਜਨ ਡਬਲ ਅਮਾਊਂਟ 'ਚ ਹੁੰਦੀ ਹੈ, ਆਕਸੀਜਨ ਸਿੰਗਲ ਅਮਾਊਂਟ 'ਚ ਹੁੰਦੀ ਹੈ। ਤਾਂ ਇੱਦਾਂ ਤੁਸੀਂ ਆਕਸੀਜਨ ਜਿਹੜੀ ਹੈਗੀ ਆ ਉਹ ਪ੍ਰਪੇਅਰ ਕਰ ਸਕਦੇ ਹੋ ਬਾਈ ਯੂਜ਼ਿੰਗ ਇਲੈਕਟ੍ਰੋਲਿਸਿਸ ਆਫ ਵਾਟਰ। ਓਕੇ, ਇਹ ਕੁਛ ਪ੍ਰੈਪਰੇਸ਼ਨ ਸੀਗੀਆਂ ਆਕਸੀਜਨ ਦੀਆਂ। ਅੱਗੇ ਹੈਗਾ ਫਿਜ਼ੀਕਲ ਪ੍ਰੋਪਰਟੀਜ਼। ਜਿਹੜੀ ਆਕਸੀਜਨ ਹੈ ਕਲਰਲੈਸ ਹੈ, ਕੋਈ ਕਲਰ ਨਹੀਂ ਉਹਦਾ ਹੈਗਾ, ਟੇਸਟ ਵੀ ਨਹੀਂ ਹੈਗਾ ਕੋਈ ਵੀ ਉਹਦਾ, ਇਸ ਤੋਂ ਇਲਾਵਾ ਉਹਦਾ ਓਡਰ ਵੀ ਕੋਈ ਨਹੀਂ ਹੈਗਾ, ਕੋਈ ਸਮੈਲ, ਕੋਈ ਟੇਸਟ ਨਹੀਂ ਹੈਗਾ ਉਹਦਾ। ਜਿਹੜੀ ਆਕਸੀਜਨ ਹੈ ਇਹਨੂੰ ਲਿਕੁਇਡ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ। ਜਿਹੜਾ ਆਕਸੀਜਨ ਹੈ ਉਹਦੇ 3 ਆਈਸੋਟੋਪ ਐਗਜ਼ਿਸਟ ਕਰਦੇ ਨੇ, ਆਕਸੀਜਨ 16, ਆਕਸੀਜਨ 17 ਅਤੇ ਆਕਸੀਜਨ 18। ਇਹ 3 ਤਰ੍ਹਾਂ ਦੇ ਆਈਸੋਟੋਪ ਜਿਹੜੇ ਹੈਗੇ ਨੇ ਇਹਦੇ ਐਗਜ਼ਿਸਟ ਕਰਦੇ ਨੇ। ਇਸ ਤੋਂ ਇਲਾਵਾ ਜਿਹੜਾ ਆਕਸੀਜਨ ਹੈ ਮੋਲੀਕੂਲਰ ਆਕਸੀਜਨ ਜਾਣੀ ਕਿ O2, ਇਹ ਪੈਰਾਮੈਗਨੈਟਿਕ ਨੇਚਰ ਹੈ, ਡਾਇਆਮੈਗਨੈਟਿਕ ਨਹੀਂ ਹੈਗਾ ਇਹਦਾ। ਭਾਵੇਂ ਇਹਦੇ ਇਲੈਕਟ੍ਰੋਨ ਜਿਹੜੇ ਹੈਗੇ ਨੇ ਪੇਅਰਡ ਨੇ ਸਾਰੇ, ਪਰ ਫਿਰ ਵੀ MOT ਥਿਊਰੀ ਦੇ ਬੇਸਿਸ 'ਤੇ ਆਪਾਂ ਇਹਨੂੰ ਐਕਸਪਲੇਨ ਕਰਦੇ ਹੁੰਦੇ ਹਾਂ ਕਿ ਇਹ ਕੀ ਹੈ, ਪੈਰਾਮੈਗਨੈਟਿਕ ਨੇਚਰ ਦਾ। ਅਗਰ ਆਪਾਂ ਇਹਦੀਆਂ ਕੈਮੀਕਲ ਪ੍ਰੋਪਰਟੀਜ਼ ਨੋਟ ਕਰੀਏ ਤਾਂ ਕੈਮੀਕਲੀ ਅਗਰ ਇਹਨੂੰ ਡਿਸੋਸ਼ੀਏਟ ਕਰਨਾ ਹੈ ਤਾਂ ਕਾਫੀ ਹਾਈ ਟੈਂਪਰੇਚਰ ਆਪਾਂ ਨੂੰ ਚਾਹੀਦਾ। ਬੌਂਡ ਡਿਸੋਸ਼ੀਏਸ਼ਨ ਐਨਰਜੀ ਇਹਦੀ ਹੈਗੀ 493 ਕੈਲਵਿਨ। O2 ਨੂੰ ਆਪਾਂ O+O ਦੇ ਵਿੱਚ ਕਨਵਰਟ ਕਰਨਾ ਤਾਂ 493 ਕੈਲਵਿਨ ਅਪਰੋਕਸ ਜਿਹੜੀ ਐਨਰਜੀ ਆਪਾਂ ਨੂੰ ਪ੍ਰੋਵਾਈਡ ਕਰਨੀ ਪੈਣੀ ਹੈ, ਫਿਰ ਇਹ ਬੌਂਡ ਬ੍ਰੇਕ ਕਰਦਾ ਹੈ। ਇਸ ਤੋਂ ਬਾਅਦ ਅਗਰ ਆਪਾਂ ਫਸਟ ਪ੍ਰੋਪਰਟੀ ਨੋਟ ਕਰੀਏ, ਐਕਸ਼ਨ ਵਿਦ ਲਿਟਮਸ ਪੇਪਰ ਦੇ ਨਾਲ ਇਹ ਕੋਈ ਐਕਸ਼ਨ ਦਿੰਦੀ ਹੈ ਜਾਂ ਨਹੀਂ ਦਿੰਦੀ। ਦੇਖੋ ਜਿਹੜੀ ਆਕਸੀਜਨ ਗੈਸ ਹੈ ਨਿਊਟਰਲ ਹੈ, ਆਕਸੀਜਨ ਗੈਸ ਨਿਊਟਰਲ ਲਾਈਟ ਮੀਨਸ ਲਿਟਮਸ ਪੇਪਰ ਦੇ ਨਾਲ ਕੋਈ ਵੀ ਰਿਐਕਸ਼ਨ ਇਹ ਨਹੀਂ ਦੇਗੀ, ਲਿਟਮਸ ਪੇਪਰ ਦਾ ਕਲਰ ਇਹ ਚੇਂਜ ਨਹੀਂ ਕਰੇਗੀ ਬਿਕੋਜ਼ ਇਟ ਇਜ਼ ਏ ਨਿਊਟਰਲ। ਸੈਕਿੰਡ ਹੈਗਾ ਸਪੋਰਟਰ ਆਫ ਕੰਬਸ਼ਨ। ਜਦੋਂ ਕਿਸੇ ਵੀ ਗੈਸ ਨੂੰ, ਕਿਸੇ ਵੀ ਚੀਜ਼ ਨੂੰ ਜਲਾਇਆ ਜਾਂਦਾ ਤਾਂ ਉੱਥੇ ਐਜ਼ ਏ ਸਪੋਰਟਰ ਕੰਮ ਕਰਦਾ, ਜਲਾਉਣ ਦਾ, ਸਪੋਰਟ ਕਰਦਾ ਜਲਣ ਨੂੰ। ਠੀਕ ਹੈ। ਥਰਡ ਹੈ ਰਿਐਕਸ਼ਨ ਵਿਦ ਮੈਟਲਸ। ਆਕਸੀਜਨ ਮੈਟਲਸ ਨਾਲ, ਨੋਨ ਮੈਟਲਸ ਨਾਲ ਰਿਐਕਟ ਕਰ ਲੈਂਦੀ ਹੈ। ਠੀਕ ਹੈ, ਪਹਿਲਾਂ ਆਪਾਂ ਮੈਟਲਸ ਨਾਲ ਰਿਐਕਟੀਵਿਟੀ ਦੀ ਚੈੱਕ ਕਰਦੇ ਹਾਂ। ਮੈਟਲਸ ਥਰਡ ਪ੍ਰੋਪਰਟੀ ਹੈ, ਮੈਟਲਸ ਨਾਲ ਇਹ ਕਿੱਦਾਂ ਰਿਐਕਟ ਕਰਦੀ ਹੈ। ਜਿਵੇਂ ਸੋਡੀਅਮ ਹੈ, ਪੋਟਾਸ਼ੀਅਮ ਹੈ, ਇਹ ਜ਼ਿਆਦਾ ਰਿਐਕਟਿਵ ਮੈਟਲਸ ਨੇ। ਜਿਹੜੀਆਂ ਜ਼ਿਆਦਾ ਰਿਐਕਟਿਵ ਮੈਟਲਸ ਨੇ ਉਹਨਾਂ ਨਾਲ ਇਹ ਡਾਇਰੈਕਟਲੀ ਰੂਮ ਟੈਂਪਰੇਚਰ 'ਤੇ ਹੀ ਰਿਐਕਟ ਕਰ ਲੈਂਦੀ ਹੈ। ਬਟ ਜਿਹੜੀਆਂ ਘੱਟ ਰਿਐਕਟਿਵ ਨੇ, ਜਿਵੇਂ ਮੈਗਨੀਸ਼ੀਅਮ ਹੋ ਗਈ, ਮੈਗਨੀਸ਼ੀਅਮ ਨੂੰ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਜਲਾਇਆ ਜਾਂਦਾ, ਫਿਰ ਕਿਤੇ ਜਾ ਕੇ ਮੈਗਨੀਜ਼ ਆਕਸਾਈਡ ਬਣਦਾ, ਹੀਟ ਕੀਤਾ ਜਾਂਦਾ। ਇਹ ਨਾਰਮਲ ਰਿਐਕਸ਼ਨ ਹੋ ਜਾਂਦੀ ਹੈ ਰੂਮ ਟੈਂਪਰੇਚਰ 'ਤੇ। ਇਹ ਰਿਐਕਸ਼ਨ ਕਰਨ ਦੇ ਲਈ ਆਪਾਂ ਇਹਨੂੰ ਹੀਟ ਅਪ ਕਰਾਂਗੇ। ਇਸ ਤਰ੍ਹਾਂ ਬਹੁਤ ਜਿਹੜੀਆਂ ਲੈਸ ਰਿਐਕਟਿਵ ਮੈਟਲਸ ਨੇ, ਜਿਵੇਂ ਗੋਲਡ ਹੋ ਗਿਆ ਜਾਂ ਪਲਾਟੀਨਮ ਹੋ ਗਿਆ, ਇਹ ਗੈਸਿਸ ਇੱਦਾਂ ਦੀ ਇਹ ਮੈਟਲਸ ਇੱਦਾਂ ਦੀਆਂ ਨੇ ਜਿਹੜੀਆਂ ਆਕਸੀਜਨ ਗੈਸ ਨਾਲ ਰਿਐਕਟ ਹੀ ਨਹੀਂ ਕਰਦੀਆਂ ਹੈਗੀਆਂ ਓਵਰਆਲ। ਸੋ 3 ਤਰ੍ਹਾਂ ਦੀਆਂ ਮੈਟਲਸ ਹੋ ਗਈਆਂ, ਇੱਕ ਤਾਂ ਜ਼ਿਆਦਾ ਰਿਐਕਟਿਵ, ਇੱਕ ਲੈਸ ਰਿਐਕਟਿਵ, ਇੱਕ ਬਿਲਕੁਲ ਜਿਹੜੀਆਂ ਰਿਐਕਟਿਵ ਨਹੀਂ ਹੈਗੀਆਂ। ਜ਼ਿਆਦਾ ਰਿਐਕਟਿਵ ਮੈਟਲਸ ਰੂਮ ਟੈਂਪਰੇਚਰ 'ਤੇ ਹੀ ਰਿਐਕਟ ਕਰ ਲੈਣਗੀਆਂ, ਆਕਸਾਈਡ ਬਣਾ ਦੇਣਗੀਆਂ। ਲੈਸ ਰਿਐਕਟਿਵ ਮੈਟਲਸ ਨੂੰ ਹੀਟ ਕਰਨਾ ਪਏਗਾ। ਜਿਹੜੀਆਂ ਬਿਲਕੁਲ ਰਿਐਕਟਿਵ ਨਹੀਂ ਹੈਗੀਆਂ ਉਹ ਕੋਈ ਵੀ ਕੰਪਾਊਂਡ ਇਹਨਾਂ ਨਾਲ ਨਹੀਂ ਦੇਣਗੀਆਂ। ਅਗਰ ਆਕਸੀਜਨ ਨੋਨ ਮੈਟਲ ਨਾਲ ਰਿਐਕਟ ਕਰਦੀ ਹੈ ਤਾਂ ਆਪਣੇ ਕੰਪਾਊਂਡਸ ਬਣਾਉਂਦੀ ਹੈ। ਜਿਵੇਂ ਹਾਈਡਰੋਜਨ ਹੈ, ਹਾਈਡਰੋਜਨ ਦੇ ਨਾਲ ਰਿਐਕਟ ਕਰੇਗੀ ਆਕਸੀਜਨ ਤਾਂ ਕੀ ਬਣਾਏਗੀ, ਵਾਟਰ ਬਣਾਏਗੀ। ਠੀਕ ਹੈ। ਇਸ ਤਰ੍ਹਾਂ ਨਾਈਟ੍ਰੋਜਨ ਨਾਲ ਰਿਐਕਟ ਕਰੇਗੀ ਆਕਸੀਜਨ ਗੈਸ ਤਾਂ ਆਪਣੇ ਕੋਲ ਕੀ ਬਣ ਜਾਏਗਾ, ਨਾਈਟ੍ਰਿਕ ਆਕਸਾਈਡ। ਇਸ ਤਰ੍ਹਾਂ ਸਲਫਰ ਨਾਲ ਰਿਐਕਟ ਕਰੇਗੀ ਤਾਂ ਸਲਫਰ ਡਾਈਆਕਸਾਈਡ ਬਣਾਏਗੀ। ਤਾਂ ਨੋਨ ਮੈਟਲਸ ਨਾਲ ਇਹਦੀ ਰਿਐਕਟੀਵਿਟੀ ਹੋਗੀ। ਨੋਨ ਮੈਟਲਸ ਨਾਲ ਰਿਐਕਟ ਕਰਕੇ ਇਹ ਆਪਣੇ ਜਿਹੜੇ ਆਕਸਾਈਡਸ ਨੇ, ਆਪਣੇ ਜਿਹੜੇ ਇੰਪੋਰਟੈਂਟ ਕੰਪਾਊਂਡਸ ਨੇ ਉਹ ਆਪਾਂ ਨੂੰ ਦੇਵੇਗੀ।
ਨੈਕਸਟ ਹੈਗਾ ਫਿਫਥ ਦੀ ਪ੍ਰੋਪਰਟੀ ਹੈ ਰਿਐਕਸ਼ਨ ਵਿਦ ਕੰਪਾਊਂਡਸ। ਦੇਖੋ ਜਿਹੜੀ ਆਕਸੀਜਨ ਹੈ ਉਹ ਆਕਸੀਡਾਈਜ਼ਿੰਗ ਏਜੰਟ ਹੈ, ਆਕਸੀਡਾਈਜ਼ਿੰਗ ਏਜੰਟ, ਕਿਉਂਕਿ O2 ਹੈ ਜਿਹੜੀ ਉਹ ਅਟੋਮਿਕ ਫਾਰਮ ਦੇ ਵਿੱਚ ਕਨਵਰਟ ਹੋ ਸਕਦੀ ਆ। ਇਹ ਆਕਸੀਜਨ ਅੱਗੇ ਇਹ ਕਿਸੇ ਨੂੰ ਵੀ ਪ੍ਰੋਵਾਈਡ ਕਰਕੇ ਉਹਨੂੰ ਆਕਸੀਡਾਈਜ਼ ਕਰ ਸਕਦੀ ਹੈ। ਜਿਵੇਂ ਕਿ ਅਮੋਨੀਆ ਨੂੰ ਇਹ ਆਕਸੀਜਨ ਮਿਲ ਜਾਏਗੀ ਤਾਂ NO ਦੇ ਵਿੱਚ ਕਨਵਰਟ ਹੋ ਜਾਏਗਾ, NO ਨਾਈਟ੍ਰਿਕ ਆਕਸਾਈਡ। ਸੇਮ ਹੀ ਸਲਫਰ ਡਾਈਆਕਸਾਈਡ ਹੈ, ਆਕਸੀਜਨ ਇਹਦੇ ਨਾਲ ਰਿਐਕਟ ਕਰਦੀ, ਇਹਨੂੰ ਆਕਸੀਡਾਈਜ਼ ਕਰਕੇ SO3 ਦੇ ਵਿੱਚ ਚੇਂਜ ਕਰ ਦਿੰਦੀ ਹੈ। ਇਟ ਮੀਨਸ ਇਹ ਪਾਵਰਫੁਲ ਆਕਸੀਡਾਈਜ਼ਿੰਗ ਏਜੰਟ ਦੇ ਤੌਰ 'ਤੇ ਕੰਮ ਕਰਦੀ ਆ। ਕਿਉਂਕਿ ਆਕਸੀਜਨ ਜਿਹੜੀ ਹੈਗੀ ਆ ਡੀਕੰਪੋਜ਼ ਹੋ ਕੇ ਅਟੋਮਿਕ ਆਕਸੀਜਨ ਦੇ ਵਿੱਚ ਕਨਵਰਟ ਹੋ ਸਕਦੀ ਹੈ। ਨੈਕਸਟ ਜਿਹੜਾ ਹੈਗਾ ਉਹ ਹੈਗਾ ਰਿਐਕਸ਼ਨ ਵਿਦ ਹਾਈਡਰੋਕਾਰਬਨਸ। ਜਿਹੜੇ ਮੈਂ ਕਰਵਾ ਰਿਹਾ ਸਿਰਫ ਉਹੀ ਰਿਐਕਸ਼ਨਸ ਤੁਸੀਂ ਕਰਨੀਆਂ ਨੇ। ਰਿਐਕਸ਼ਨ ਵਿਦ ਹਾਈਡਰੋਕਾਰਬਨਸ, ਜਿਹੜੇ ਹਾਈਡਰੋਕਾਰਬਨਸ ਨੇ ਉਹਨਾਂ ਨੂੰ ਆਪਾਂ H ਨਾਲ ਰਿਪਰਜੈਂਟ ਕਰਦੇ ਹਾਂ। ਜਿੰਨੇ ਵੀ ਕੋਈ ਵੀ ਹਾਈਡਰੋਕਾਰਬਨ ਹੈ ਜਦੋਂ ਉਹਨਾਂ ਨੂੰ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਜਲਾਇਆ ਜਾਂਦਾ ਹੈ, ਕਾਰਬਨ ਡਾਈਆਕਸਾਈਡ, ਵਾਟਰ ਅਤੇ ਆਪਾਂ ਨੂੰ ਐਨਰਜੀ ਮਿਲਦੀ ਹੈ, ਬਹੁਤ ਜ਼ਿਆਦਾ ਫਾਰਮ ਦੇ ਵਿੱਚ, ਅਮਾਊਂਟ ਦੇ ਵਿੱਚ ਐਨਰਜੀ ਮਿਲਦੀ ਹੈ। ਜਿਵੇਂ ਕਿ ਮੀਥੇਨ ਹੈ, ਮੀਥੇਨ ਗੈਸ ਨੂੰ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਅਗਰ ਜਲਾਇਆ ਜਾਂਦਾ ਹੈ ਤਾਂ CO2 ਬਣ ਜੂ, ਵਾਟਰ ਬਣ ਜੂ ਅਤੇ ਆਪਾਂ ਨੂੰ ਐਨਰਜੀ ਮਿਲ ਜਾਣੀ ਹੈ। ਇਸ ਲਈ ਆਪਾਂ ਇਹਨੂੰ ਮੀਥੇਨ ਗੈਸ ਨੂੰ ਕੁਕਿੰਗ ਦੇ ਵਾਸਤੇ ਯੂਜ਼ ਕਰਦੇ ਹਾਂ, ਕਿਉਂਕਿ ਇਹ 'ਚੋਂ ਜ਼ਿਆਦਾ ਅਮਾਊਂਟ ਦੇ ਵਿੱਚ ਐਨਰਜੀ ਨਿਕਲਦੀ ਆ। -890 ਮਤਲਬ 890 ਕਿਲੋ ਜੂਲ ਐਨਰਜੀ ਇੱਥੋਂ ਪ੍ਰੋਵਾਈਡ ਹੁੰਦੀ ਹੈ ਆਪਾਂ ਨੂੰ, ਤਾਂ ਕਰਕੇ ਆਪਾਂ ਇਹਨੂੰ ਐਜ਼ ਏ ਫਿਊਲ ਯੂਜ਼ ਕਰਦੇ ਹਾਂ। ਠੀਕ ਹੈ, ਤਾਂ ਇਹ ਕੁਛ ਕੈਮੀਕਲ ਪ੍ਰੋਪਰਟੀਜ਼ ਸੀਗੀਆਂ ਡਾਈਆਕਸੀਜਨ ਦੀਆਂ। ਅੱਗੇ ਆਪਾਂ ਗੱਲ ਕਰਦੇ ਇਹਨਾਂ ਦੇ ਯੂਜ਼ਸ। ਆਕਸੀਜਨ ਦੇ ਤੁਸੀਂ ਕੋਈ ਵੀ 5 ਯੂਜ਼ ਯਾਦ ਰੱਖਣੇ ਨੇ। ਦੇਖੋ ਆਕਸੀਜਨ ਐਜ਼ ਏ ਆਕਸੀਡਾਈਜ਼ਿੰਗ ਏਜੰਟ ਰਿਐਕਟ ਜਿਹੜੀ ਹੈਗੀ ਬਿਹੇਵ ਕਰਦੀ ਹੈ, ਤਾਂ ਕਿਸੇ ਵੀ ਕੰਪਾਊਂਡ ਨੂੰ ਆਕਸੀਡਾਈਜ਼ ਕਰਵਾਉਣਾ ਤਾਂ ਆਕਸੀਜਨ ਉੱਥੇ ਐਡ ਕਰ ਦਾਂਗੇ। ਆਕਸੀਜਨ ਦਾ ਜਿਹੜਾ 18 ਆਈਸੋਟੋਪ ਆ ਉਹਨੂੰ ਆਈਸੋਟੋਪਿਕ ਟਰੈਕਿੰਗ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਵਾਟਰ ਗੈਸ ਬਣਾਉਣੀ ਚਾਹੁੰਦੇ ਹਾਂ ਤਾਂ ਉਹਦੇ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਵਾਟਰ ਗੈਸ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਇਹਨੂੰ ਰੋਕਟ ਫਿਊਲ ਦੇ ਲਈ ਯੂਜ਼ ਕੀਤਾ ਜਾਂਦਾ। ਇਸ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਕੰਪਾਊਂਡਸ ਨੇ ਜਿਹੜੇ ਉਹ ਬਣਾਏ ਜਾ ਸਕਦੇ ਨੇ। ਹਾਈਡਰੋਕਾਰਬਨਸ ਨੂੰ ਇਹਦੇ ਨਾਲ ਜਲਾਇਆ ਜਾ ਸਕਦਾ, ਉਹ ਤੋਂ ਐਨਰਜੀ ਲੈਤੀ ਜਾ ਸਕਦੀ ਆ। ਤਾਂ ਇਹ ਕਾਫੀ ਜ਼ਿਆਦਾ ਇਹਦੇ ਯੂਜ਼ਸ ਹੋ ਗਏ। ਕੋਈ ਵੀ 5 ਜਿਹੜੇ ਤੁਹਾਨੂੰ ਲੱਗਦਾ ਕਿ ਜ਼ਿਆਦਾ ਇੰਪੋਰਟੈਂਟ ਨੇ ਉਹ ਤੁਸੀਂ ਕਰ ਸਕਦੇ ਹੋ। ਓਕੇ, ਤਾਂ ਇਹ ਹੈਗਾ ਸੀ ਆਕਸੀਜਨ ਦਾ ਪਾਰਟ, ਆਕਸੀਜਨ ਡਾਈਆਕਸੀਜਨ ਜਾਂ ਜਿਹਨੂੰ ਕਹਿ ਦਿੰਦੇ ਆਪਾਂ। ਅੱਗੇ ਹੈਗਾ ਆਕਸਾਈਡਸ। ਨੈਕਸਟ ਟੌਪਿਕ ਹੈ ਆਕਸਾਈਡਸ। ਐਲੀਮੈਂਟ ਦੇ ਜਿਹੜੇ ਆਕਸਾਈਡਸ ਨੇ ਉਹ ਬੇਸਿਕਲੀ 2 ਤਰ੍ਹਾਂ ਦੇ ਹੁੰਦੇ ਨੇ। ਆਕਸਾਈਡਸ ਵੈਸੇ ਤਾਂ ਹੁੰਦੇ ਕੀ ਨੇ ਆਕਸਾਈਡਸ ਹੁੰਦੇ ਨੇ ਬਾਈਨਰੀ ਕੰਪਾਊਂਡਸ ਆਫ ਆਕਸੀਜਨ। ਆਕਸੀਜਨ ਦੇ ਕਿਸੇ ਵੀ ਐਲੀਮੈਂਟ ਨਾਲ ਜਿਹੜੇ ਬਾਈਨਰੀ ਕੰਪਾਊਂਡਸ ਬਣਦੇ ਨੇ ਉਹਨਾਂ ਨੂੰ ਆਕਸਾਈਡ ਬੋਲਦੇ। ਜਿਵੇਂ ਸੋਡੀਅਮ ਆਕਸਾਈਡ ਹੋ ਗਿਆ, ਮੈਗਨੀਸ਼ੀਅਮ ਆਕਸਾਈਡ ਹੋ ਗਿਆ, ਐਲੂਮੀਨੀਅਮ ਆਕਸਾਈਡ ਹੋ ਗਿਆ, ਦੀਜ਼ ਆਲ ਆਰ ਆਕਸਾਈਡਸ। ਜਿਹੜੇ ਆਕਸਾਈਡਸ ਨੇ mainly they are of 2 types, simple oxides and mixed oxides। simple and mixed 2 ਤਰ੍ਹਾਂ ਦੇ ਆਕਸਾਈਡਸ ਹੁੰਦੇ ਨੇ, ਸਿੰਪਲ ਤੇ ਮਿਕਸਡ। ਜਿਹੜੇ ਸਿੰਪਲ ਆਕਸਾਈਡਸ ਨੇ ਇਹਨਾਂ ਸਾਰੇ ਆਕਸਾਈਡਸ ਦੇ ਵਿੱਚ ਜਿਹੜੀ ਆਕਸੀਜਨ ਦੀ ਸਟੇਟ ਆ ਉਹ -2 ਹੁੰਦੀ ਆ। ਠੀਕ ਹੈ, -2 ਸਟੇਟ ਦੇ ਵਿੱਚ ਆਕਸੀਜਨ ਐਗਜ਼ਿਸਟ ਕਰਦੀ ਆ। ਇਸ ਤੋਂ ਇਲਾਵਾ ਜਿਹੜੀ ਚੀਜ਼ ਦਾ ਇਹ ਆਕਸਾਈਡ ਹੋਊਗਾ ਉਹ ਐਲੀਮੈਂਟ ਸਿੰਗਲ ਸਟੇਟ ਦੇ ਵਿੱਚ ਹੀ ਐਗਜ਼ਿਸਟ ਕਰੂਗਾ। ਬਟ ਇਹਦੇ ਵਿੱਚ ਕੀ ਹੈ, 2 ਆਕਸਾਈਡਸ ਨੂੰ ਮਿਕਸ ਕੀਤਾ ਜਾਂਦਾ, 2 ਜਾਂ 2 ਤੋਂ ਜ਼ਿਆਦਾ ਆਕਸਾਈਡਸ ਨੂੰ ਆਪਾਂ ਮਿਕਸ ਕਰਦੇ ਹਾਂ ਤਾਂ ਮਿਕਸ ਆਕਸਾਈਡਸ ਬਣ ਜਾਂਦੇ ਨੇ। ਠੀਕ ਹੈ, 2 ਜਾਂ 2 ਤੋਂ ਵੱਧ ਆਕਸਾਈਡਸ। ਜਿਹੜੇ ਵੀ ਐਲੀਮੈਂਟ ਦੇ ਇਹ ਆਕਸਾਈਡਸ ਹੋਣਗੇ ਉਹ ਐਲੀਮੈਂਟ 2 ਫਾਰਮ ਦੇ ਵਿੱਚ ਜਾਂ 2 ਤੋਂ ਜ਼ਿਆਦਾ ਫਾਰਮਸ ਦੇ ਵਿੱਚ ਐਗਜ਼ਿਸਟ ਕਰੇਗਾ। ਜਿਵੇਂ ਆਪਣੇ ਕੋਲ Fe3O4 ਹੈ। ਠੀਕ ਹੈ, ਇਹ ਬਣਦਾ Fe2O3 ਅਤੇ FeO ਤੋਂ ਬਣਦਾ। ਇਹ ਮੀਨਸ ਇੱਥੇ ਸਟੇਟ ਆਇਰਨ ਦੀ ਕੁਛ ਹੋਰ ਹੈ, ਇੱਥੇ ਸਟੇਟ ਆਇਰਨ ਦੀ ਕੁਛ ਹੋਰ ਹੈ। ਦੋਨਾਂ ਨੂੰ ਜਦੋਂ ਮਿਕਸ ਕਰਦੇ ਹਾਂ ਤਾਂ ਇੱਕ ਨਵਾਂ ਆਕਸਾਈਡ ਬਣ ਜਾਂਦਾ ਜਿਹਨੂੰ ਆਪਾਂ ਬੋਲਦੇ ਹਾਂ ਮਿਕਸਡ ਆਕਸਾਈਡ। ਤਾਂ ਜਿਹੜੇ ਮਿਕਸ ਆਕਸਾਈਡਸ ਨੇ ਉਹਦੇ ਵਿੱਚ ਐਲੀਮੈਂਟ ਦੀ ਸਟੇਟ ਜਿਹੜੀ ਹੈਗੀ ਆ ਉਹ 1 ਤੋਂ ਜ਼ਿਆਦਾ ਸਟੇਟਸ ਹੁੰਦੀਆਂ ਨੇ। ਬਟ ਸਿੰਪਲ ਆਕਸਾਈਡਸ ਵਿੱਚ ਸਿਰਫ ਇੱਕੋ ਸਿੰਪਲ ਸਟੇਟ ਐਗਜ਼ਿਸਟ ਕਰਦੀ ਹੈ। ਜਿਹੜੇ ਸਿੰਪਲ ਆਕਸਾਈਡਸ ਨੇ 4 ਤਰ੍ਹਾਂ ਦੇ ਹੁੰਦੇ ਨੇ। 4 ਤਰ੍ਹਾਂ ਦੇ ਕਿਹੜੇ? ਐਸਿਡਿਕ, ਨੰਬਰ 2 ਬੇਸਿਕ, ਨੰਬਰ 3 ਐਮਫੋਟੈਰਿਕ, ਨੰਬਰ 4 ਆਪਣੇ ਕੋਲ ਆ ਗਿਆ ਨਿਊਟਰਲ। ਠੀਕ ਹੈ, ਐਸਿਡਿਕ ਆਕਸਾਈਡ ਦੇਖੋ ਜਿਹੜੇ ਨॉन ਮੈਟਲ ਦੇ ਆਕਸਾਈਡਸ ਹੋਣਗੇ ਉਹ ਐਸਿਡਿਕ ਹੋਣਗੇ। ਨॉन ਮੈਟਲ ਆਕਸੀਜਨ ਨਾਲ ਰਿਐਕਟ ਕਰੇਗੀ ਤਾਂ ਕਿਹੜੇ ਆਕਸਾਈਡ ਦੇਗੀ ਆਪਾਂ ਨੂੰ? ਐਸਿਡਿਕ ਦੇਗੀ। ਜਿਵੇਂ ਸਲਫਰ ਡਾਈਆਕਸਾਈਡ ਹੈ ਜਾਂ ਆਪਣੇ ਕੋਲ ਸਲਫਰ ਟਰਾਈਆਕਸਾਈਡ ਹੈ ਜਾਂ CO2 ਹੈ। ਇਹ ਸਾਰੇ ਜਿਹੜੇ ਆਕਸਾਈਡਸ ਨੇ ਨॉन ਮੈਟਲ ਦੇ ਜਿਹੜੇ ਆਕਸਾਈਡਸ ਨੇ ਜਿੰਨੇ ਵੀ ਸਾਰੇ ਕੀ ਨੇ? ਐਸਿਡਿਕ ਨੇ। ਮੈਟਲ ਦੇ ਆਕਸਾਈਡਸ ਕੀ ਨੇ? ਬੇਸਿਕ। ਜਿਹੜੀ ਮੈਟਲ ਹੈ ਅਗਰ ਰਿਐਕਟ ਕਰਦੀ ਹੈ
ਤਾਂ ਉਹ ਆਕਸਾਈਡਸ ਦੇਗੀ। ਉਹ ਆਕਸਾਈਡਸ ਕਿਹੜੇ ਹੋਣਗੇ? ਬੇਸਿਕ। ਇੱਕ ਹੁੰਦੇ ਨੇ ਐਮਫੋਟੈਰਿਕ, ਜਿਹੜੇ ਐਜ਼ ਏ ਐਸਿਡ ਐਜ਼ ਏ ਬੇਸ ਵੀ ਬਿਹੇਵ ਕਰ ਸਕਦੇ ਨੇ, ਜਿਵੇਂ ਐਲੂਮੀਨੀਅਮ ਆਕਸਾਈਡ ਹੈ, ਇਹ ਐਜ਼ ਏ ਐਸਿਡ ਐਜ਼ ਏ ਬੇਸ ਬਿਹੇਵ ਕਰ ਸਕਦੇ। ਇਸ ਤੋਂ ਇਲਾਵਾ ਨਿਊਟਰਲ ਆਕਸਾਈਡਸ ਹੋ ਸਕਦੇ ਨੇ, ਜਿਹੜੇ ਨਾ ਤਾਂ ਐਸਿਡ ਦੀ ਤਰ੍ਹਾਂ ਬਿਹੇਵ ਕਰਨ ਨਾ ਹੀ ਬੇਸ ਦੀ ਤਰ੍ਹਾਂ, ਜਿਵੇਂ ਕਿ CO ਹੋ ਗਿਆ, ਇਹ ਨਾ ਤਾਂ ਐਸਿਡ ਦੀ ਤਰ੍ਹਾਂ ਬਿਹੇਵ ਕਰਦਾ ਨਾ ਹੀ ਬੇਸ, ਇਹ ਨਿਊਟਰਲ ਹੈ। ਸੋ 4 ਤਰ੍ਹਾਂ ਦੇ ਸਿੰਪਲ ਆਕਸਾਈਡਸ ਨੇ, ਇੱਕ ਤਰ੍ਹਾਂ ਦਾ ਮਿਕਸਡ ਆਕਸਾਈਡ ਹੈ। ਠੀਕ ਹੈ, ਸਿੰਪਲ ਆਕਸਾਈਡਸ ਹੁੰਦੇ ਨੇ ਅਗਰ ਜਿਹੜੇ ਐਲੀਮੈਂਟ ਦਾ ਆਕਸਾਈਡ ਐਗਜ਼ਿਸਟ ਕਰਦਾ ਹੈ ਉਹਦੀ ਸਿਰਫ ਸਿੰਗਲ ਸਟੇਟ ਹੈ। ਅਗਰ ਸਿੰਗਲ ਤੋਂ ਜ਼ਿਆਦਾ ਸਟੇਟ ਹੈ ਜਾਂ 2 ਜਾਂ 2 ਤੋਂ ਵੱਧ ਆਪਾਂ ਸਿੰਪਲ ਆਕਸਾਈਡਸ ਨੂੰ ਮਿਕਸ ਕਰਕੇ ਇੱਕ ਨਵਾਂ ਆਕਸਾਈਡ ਤਿਆਰ ਕਰਦੇ ਹਾਂ, ਉਹ ਕੀ ਹੈ? ਮਿਕਸਡ ਆਕਸਾਈਡ ਹੈ। ਹੁਣ ਜਿਹੜਾ ਮੈਂ ਇੱਥੇ ਐਸਿਡਿਕ ਜਾਂ ਬੇਸਿਕ ਆਕਸਾਈਡਸ ਦੱਸੇ ਨੇ, ਇਹਨਾਂ ਦਾ ਕਿਵੇਂ ਪਤਾ ਲੱਗੇਗਾ? ਜਿਹੜੇ ਆਕਸਾਈਡਸ ਨੇ ਨਾ, ਇਹਨਾਂ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਕੇ ਦੇਖੋ ਕਿ ਇਹ ਐਸਿਡ ਬਣਾ ਰਹੇ ਨੇ ਜਾਂ ਬੇਸ ਬਣਾ ਰਹੇ ਨੇ। ਜਿਵੇਂ ਸਲਫਰ ਡਾਈਆਕਸਾਈਡ ਹੈ, ਜਦੋਂ ਆਪਾਂ ਇਹਨੂੰ ਵਾਟਰ ਦੇ ਵਿੱਚ ਮਿਕਸ ਕਰਦੇ ਹਾਂ ਤਾਂ ਇਹ ਸਲਫਿਊਰਿਕ ਐਸਿਡ ਦਿੰਦਾ, ਜਾਂ ਸਲਫਿਊਰਿਕ ਐਸਿਡ ਜਾਂ ਸਲਫਿਊਰਿਕ ਐਸਿਡ, 2 ਚੀਜ਼ਾਂ ਬਣਦੀਆਂ ਨੇ। ਜੇ SO2 ਹੈ ਤਾਂ H2SO3 ਬਣੇਗਾ, ਜਾਣੀ ਕਿ ਸਲਫਿਊਰਿਕ ਐਸਿਡ ਬਣ ਗਿਆ। ਚਲੋ ਐਸਿਡ ਬਣਾ ਰਹੀ ਹੈ, ਇਟ ਮੀਨਸ ਇਹ ਕੀ ਹੈ? ਐਸਿਡਿਕ ਹੈ। ਸੇਮ ਹੀ ਸੋਡੀਅਮ ਹਾਈਡਰੋਕਸਾਈਡ ਹੈ, ਸੋਡੀਅਮ ਆਕਸਾਈਡ, ਇਹਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰੋਗੇ, ਸੋਡੀਅਮ ਹਾਈਡਰੋਕਸਾਈਡ ਬਣੇਗਾ, ਬੇਸ ਬਣ ਰਿਹਾ। ਨੌਨ ਮੈਟਲ ਦਾ ਆਕਸਾਈਡ ਕੀ ਹੋ ਗਿਆ? ਐਸਿਡਿਕ। ਮੈਟਲ ਦਾ ਆਕਸਾਈਡ ਕੀ ਹੋ ਗਿਆ? ਬੇਸਿਕ, ਕਿਉਂਕਿ ਇਹਨੇ ਬੇਸ ਫਾਰਮ ਕੀਤਾ। ਤਾਂ ਵਾਟਰ ਦੇ ਵਿੱਚ ਇਹਨਾਂ ਨੂੰ ਲਿਜਾ ਕੇ ਆਪਾਂ ਪਤਾ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਐਸਿਡਿਕ ਹੈ, ਕਿਹੜੀ ਚੀਜ਼ ਬੇਸਿਕ ਹੈ। ਨੈਕਸਟ ਆਪਾਂ ਕਰਾਂਗੇ ਓਜ਼ੋਨ, O3। ਫਿਲਹਾਲ ਦੇ ਲਈ ਤੁਸੀਂ ਇਹਨੂੰ ਸਟੱਡੀ ਕਰੋ ਇੰਨਾ ਕੁ, ਜਿੰਨਾ ਮੈਂ ਇਸ ਵੀਡੀਓ ਦੇ ਵਿੱਚ ਕਰਵਾ ਰਿਹਾ, ਲੈਕਚਰ ਦੇ ਵਿੱਚ ਕਰਵਾ ਰਿਹਾ, ਸਿਰਫ ਇੰਨਾ ਕੀ ਸਟੱਡੀ ਕਰਨਾ ਤੁਸੀਂ। ਇਹਦੇ ਵਿੱਚੋਂ ਹੀ ਰੀਜ਼ਨਿੰਗ ਕੁਐਸਚਨ ਪੇਪਰ ਦੇ ਵਿੱਚ ਆਉਣਗੇ, ਤਾਂ ਉਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਸਟੱਡੀ ਕਰ ਲੈਣੀ ਆ। ਅਗਰ ਕਿਤੋਂ ਵੀ ਕੋਈ ਚੀਜ਼ ਨਾ ਸਮਝ ਲੱਗੇ ਤਾਂ ਮੈਨੂੰ ਪੁੱਛ ਲੈਣਾ। ਸੋ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਫਿਰ। ਟੇਕ ਕੇਅਰ, ਬਾਏ ਬਾਏ।